ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਬਰਨ ਕੌਰ ਮਾਨ। ਖਬਰਾਂ ਦੇ ਬੁਲੇਟਿਨ ਵਿੱਚ ਤੁਹਾਡਾ ਸਵਾਗਤ। ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਰੀਅਲ ਐਸਟੇਟ ਬ੍ਰੋਕਰ ਮੋਹਨ ਚੀਮਾ। ਰੀਅਲ ਐਸਟੇਟ ਦੀ ਦੁਨੀਆ 'ਚ ਮੰਨਿਆ ਪ੍ਰਮੰਨਿਆ ਨਾਮ। ਪੇਸ਼ ਨੇ ਪਹਿਲਾਂ ਚੋਣਵੀਆਂ ਖਬਰਾਂ। ਓਨਟਾਰੀਓ 'ਚ ਵਿਦੇਸ਼ੀ ਨਰਸਾਂ ਨੂੰ ਨੌਕਰੀ ਦਾ ਮੌਕਾ ਮਿਲਣਾ ਸ਼ੁਰੂ। ਕਾਮਿਆਂ ਦੀ ਘਾਟ ਨੂੰ ਪੂਰਾ ਕਰਨ ਲਈ ਆਸਟ੍ਰੇਲੀਆਈ ਸਰਕਾਰ ਨੇ ਇਕਾਂਤਵਾਸ ਨਿਯਮਾਂ ਵਿੱਚ ਕੀਤਾ ਬਦਲਾਅ। ਅਮਰੀਕਾ ਨੇ ਚੀਨ ਲਈ ਉਡਾਣਾਂ ਨੂੰ ਬੰਦ ਕਰਨ ਦਾ ਲਿਆ ਫੈਸਲਾ। ਬਾਈਡਨ ਪ੍ਰਸ਼ਾਸਨ ਮੁਫਤ ਕੋਵਿਡ ਟੈਸਟ ਕਿੱਟਾਂ ਲਈ ਅਗਲੇ ਹਫ਼ਤੇ ਕਰੇਗਾ ਵੈਬਸਾਈਟ ਦੀ ਸ਼ੁਰੂਆਤ। ਓਕਲਾਹੋਮਾ ਦੇ 2 ਕੈਦੀਆਂ ਨੂੰ ਜ਼ਹਿਰੀਲਾ ਟੀਕਾ ਲਗਾ ਕੇ ਦਿੱਤੀ ਜਾਵੇਗੀ ਮੌਤ। ਅਮਰੀਕਾ ਦੇ ਅਨਵੈਕਸੀਨੇਟਿਡ ਟਰੱਕ ਡਰਾਈਵਰਾਂ ਦਾ ਕੈਨੇਡਾ 'ਚ ਦਾਖਲਾ ਬੰਦ। ਅਮਰੀਕਾ ਦੇ ਓਰੇਗਨ ਵਿੱਚ ਸੰਗੀਤ ਪ੍ਰੋਗਰਾਮ ਸਥਾਨ ਤੇ ਬਾਹਰ ਗੋਲਾਬਾਰੀ 'ਚ 6 ਲੋਕ ਜ਼ਖਮੀ। ਚੋਣ 'ਚ ਦਖਲ ਦੇਣ ਦੀਆਂ ਧਮਕੀਆਂ ਨਾਲ ਨਜਿੱਠਣ ਲਈ ਅਮਰੀਕਾ ਨੇ ਖੁਫੀਆ ਅਧਿਕਾਰੀ ਨੂੰ ਕੀਤਾ ਨਾਮਜ਼ਦ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ। ਕੋਰੋਨਾ ਵਾਇਰਸ ਦੇ ਚੱਲ ਰਹੇ ਪ੍ਰਕੋਪ ਦੌਰਾਨ ਕੈਨੇਡਾ ਦੇ ਸਾਰੇ ਰਾਜਾਂ ਵਿੱਚ ਮਰੀਜ਼ ਵੱਧ ਰਹੇ ਨੇ ਅਤੇ ਹਸਪਤਾਲ ਭਰ ਰਹੇ ਨੇ। ਅਜਿਹੇ ਵਿੱਚ ਮਰੀਜ਼ਾਂ ਦਾ ਇਲਾਜ ਕਰਨ ਵਾਲੇ ਸਟਾਫ ਦੀ ਭਾਰੀ ਕਿੱਲਤ ਹੈ ਤੇ ਸਟਾਫ ਮੈਂਬਰ ਬਿਮਾਰ ਹੋ ਰਹੇ ਨੇ। ਓਨਟਾਰੀਓ ਦੀ ਸਿਹਤ ਮੰਤਰੀ ਕ੍ਰਿਸਟੀਨ ਏਲੀਅਨ ਨੇ ਇਸ ਕਿੱਲਤ ਨਾਲ ਨਜਿੱਠਣ ਲਈ ਵਿਦੇਸ਼ਾਂ ਤੋਂ ਟ੍ਰੇਨਿੰਗ ਪ੍ਰਾਪਤ ਕਰਕੇ ਆਈਆਂ ਨਰਸਾਂ ਨੂੰ ਭਰਤੀ ਕਰਨ ਦਾ ਐਲਾਨ ਕੀਤਾ ਹੈ। ਬਰੈਂਪਟਨ ਵਿੱਚ ਸਿਵਿਕ ਹਸਪਤਾਲ ਦੇ ਮੁੱਖ ਸੰਚਾਲਕ ਡਾਕਟਰ ਨਵਦੀਪ ਮੁਹੰਮਦ ਨੇ ਦੱਸਿਆ ਕਿ ਸਟਾਫ ਦੀ ਘਾਟ ਪੂਰੀ ਕਰਨ ਲਈ ਸੀਨੀਅਰ ਨਰਸਾਂ ਦੀ ਦੇਖ-ਰੇਖ ਹੇਠ ਵਿਦੇਸ਼ਾਂ ਤੋਂ ਸਿੱਖਿਅਤ ਨਰਸਾਂ ਨੂੰ ਮੌਕਾ ਦਿੱਤਾ ਜਾ ਸਕਦਾ ਹੈ। ਕੈਨੇਡਾ ਵਿੱਚ ਵਿਦੇਸ਼ਾਂ ਤੋਂ ਪੜ੍ਹੇ ਅਤੇ ਟ੍ਰੇਨਡ ਆਏ ਹੋਏ ਕਿਸੇ ਕਿੱਤੇ ਦੇ ਮਾਹਿਰਾਂ ਨੂੰ ਕੈਨੇਡਾ ਪਹੁੰਚ ਕੇ ਉੱਥੋਂ ਦੇ ਪੱਧਰ ਮੁਤਾਬਕ ਅਕਸਰ ਹੋਰ ਪੜ੍ਹਨਾ ਪੈਂਦਾ ਹੈ ਅਤੇ ਇਮਤਿਹਾਨ ਪਾਸ ਕਰਨੇ ਪੈਂਦੇ ਨੇ। ਮੈਡੀਕਲ ਦੇ ਮਾਹਿਰਾਂ, ਡਾਕਟਰਾਂ ਅਤੇ ਨਰਸਾਂ ਨੂੰ ਵੀ ਕੈਨੇਡਾ ਵਿੱਚ ਪ੍ਰਾਂਤਕ ਪੱਧਰ ਦੀਆਂ ਪ੍ਰੀਖਿਆਵਾਂ ਵਿੱਚੋਂ ਲੰਘਦਿਆਂ ਆਮ ਤੌਰ ਤੇ ਕਈ ਸਾਲ ਲੱਗ ਜਾਂਦੇ ਨੇ ਤੇ ਬਹੁਤ ਸਾਰੇ ਪ੍ਰਵਾਸੀ ਤਾਂ ਉਸ ਮਿਆਰ ਨੂੰ ਪੂਰਾ ਨਾ ਕਰ ਸਕਣ ਕਾਰਨ ਹੋਰ ਕਾਰੋਬਾਰ ਜਾਂ ਕਿੱਤੇ ਵਿੱਚ ਕੰਮ ਕਰਨ ਲਈ ਮਜਬੂਰ ਹੋ ਜਾਂਦੇ ਨੇ। ਕੋਵਿਡ ਕਾਰਨ ਪੈਦਾ ਹੋਈ ਸਥਿਤੀ ਵਿੱਚ ਓਨਟਾਰੀਓ ਸਰਕਾਰ ਨੇ ਨਿਯਮਾਂ ਨੂੰ ਆਰਜ਼ੀ ਤੌਰ ਤੇ ਸੌਖੇ ਕਰਨ ਦਾ ਫੈਸਲਾ ਕੀਤਾ ਹੈ। ਆਸਟ੍ਰੇਲੀਆ ਵਿੱਚ ਕੋਵਿਡ-19 ਦਾ ਕਹਿਰ ਲਗਾਤਾਰ ਜਾਰੀ ਹੈ। ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਵਿੱਚ ਨਵੇਂ ਕੇਸ ਆ ਰਹੇ ਨੇ, ਜਿਸ ਕਾਰਨ ਦੇਸ਼ ਭਰ ਦੇ ਵਿੱਚ ਕਾਮਿਆਂ ਦੀ ਘਾਟ ਪਾਈ ਜਾ ਰਹੀ ਹੈ। ਆਸਟ੍ਰੇਲੀਆ ਦੇ ਰਾਸ਼ਟਰੀ ਮੰਤਰੀ ਮੰਡਲ ਨੇ ਕੋਰੋਨਾ ਵਾਇਰਸ ਕਾਰਨ ਵੱਖ-ਵੱਖ ਖੇਤਰਾਂ ਵਿੱਚ ਕਰਮਚਾਰੀਆਂ ਦੀ ਘਾਟ ਦੀ ਪੂਰਤੀ ਲਈ ਟੀਕਾਕਰਨ ਦੀ ਪੂਰੀ ਖੁਰਾਕ ਲੈਣ ਵਾਲਿਆਂ ਨੂੰ ਇਕਾਂਤ ਵਾਸਤੇ ਸਖਤ ਨਿਯਮਾਂ ਅਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਜ਼ਿਆਦਾ ਕੰਮ ਕਰਨ ਦੀ ਛੋਟ ਦੇਣ ਲਈ ਕਈ ਬਦਲਾਅ ਕੀਤੇ ਨੇ। ਪ੍ਰਧਾਨ ਮੰਤਰੀ ਸਕਾਟ ਮੋਰਿਸਨ ਨੇ ਕਿਹਾ ਕਿ ਪ੍ਰਭਾਵਿਤ ਖੇਤਰਾਂ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ 40 ਘੰਟੇ ਪ੍ਰਤੀ ਪੰਦਰਵਾੜੇ ਕੰਮ ਕਰਨ ਦੀ ਰੋਕ ਹਟਾ ਲਈ ਗਈ ਹੈ। ਸ਼੍ਰੀ ਮੋਰਿਸਨ ਨੇ ਇਹ ਵੀ ਕਿਹਾ ਕਿ ਪ੍ਰਚੂਨ ਅਤੇ ਜ਼ਰੂਰੀ ਮਾਲ ਦੀ ਪੂਰਤੀ ਲਈ ਢੁਆ-ਢੁਆਈ ਤੇ ਤੀਬਰਤਾ ਦਬਾਅ ਨੂੰ ਘਟਾਉਣ ਲਈ ਸਾਰੇ ਆਵਾਜਾਈ ਅਤੇ ਹੋਰ ਪ੍ਰਭਾਵਿਤ ਖੇਤਰਾਂ ਦੇ ਕਰਮਚਾਰੀਆਂ ਲਈ ਨਜ਼ਦੀਕੀ ਸੰਪਰਕ ਨਿਯਮਾਂ ਨੂੰ ਹੋਰ ਸੌਖਾ ਕੀਤਾ ਜਾਏਗਾ। ਤਬਦੀਲੀਆਂ ਦਾ ਮਤਲਬ ਹੋਵੇਗਾ ਕਿ ਇਨ੍ਹਾਂ ਖੇਤਰਾਂ ਵਿੱਚ ਕਾਮਿਆਂ ਨੂੰ ਵਾਇਰਸ ਨਾਲ ਪੋਜ਼ਿਟਿਵ ਵਿਅਕਤੀ ਨਾਲ ਨਜ਼ਦੀਕੀ ਸੰਪਰਕ ਹੋਣ ਤੇ ਇੱਕ ਨੈਗੇਟਿਵ ਰੈਪਿਡ ਐਂਟੀਜਨ ਟੈਸਟ ਪ੍ਰਦਾਨ ਕਰਨ ਉਪਰੰਤ ਬਿਨਾਂ ਇਕਾਂਤਵਾਸ ਕੀਤੇ ਤੁਰੰਤ ਕੰਮ ਤੇ ਵਾਪਸ ਜਾਣ ਦੀ ਆਗਿਆ ਦਿੱਤੀ ਜਾਏਗੀ। ਇਸ ਫੈਸਲੇ ਦਾ ਵੱਖ-ਵੱਖ ਖੇਤਰਾਂ ਦੇ ਕਾਰੋਬਾਰੀਆਂ, ਕਰਮਚਾਰੀਆਂ ਤੇ ਵਿਦਿਆਰਥੀਆਂ ਨੇ ਸਵਾਗਤ ਕੀਤਾ ਹੈ। ਦੁਨੀਆ ਭਰ 'ਚ ਕੋਰੋਨਾ ਇਨਫੈਕਸ਼ਨ ਦੇ ਮਾਮਲੇ ਦਿਨੋ-ਦਿਨ ਤੇਜ਼ੀ ਨਾਲ ਵਧ ਰਹੇ ਜਾ ਰਹੇ ਨੇ। ਇਸੇ ਵਿਚਕਾਰ ਅਮਰੀਕਾ ਨੇ ਚੀਨ ਲਈ ਉਡਾਣਾਂ ਨੂੰ ਫਿਲਹਾਲ ਬੰਦ ਕਰਨ ਦਾ ਫੈਸਲਾ ਲਿਆ। ਅਮਰੀਕਾ 19 ਜਨਵਰੀ ਤੋਂ ਚੀਨ ਲਈ ਸਾਰੀਆਂ ਕਮਰਸ਼ੀਅਲ ਉਡਾਣਾਂ ਤੇ ਪਾਬੰਦੀ ਲਗਾਏਗਾ। ਬੀਜਿੰਗ 2022 ਵਿੰਟਰ ਓਲੰਪਿਕ ਤੋਂ ਪਹਿਲਾਂ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਘੱਟ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਮੀਡੀਆ ਰਿਪੋਰਟਸ ਮੁਤਾਬਕ ਅਗਲੇ ਹਫ਼ਤੇ ਤੋਂ ਬੀਜਿੰਗ ਸਰਦ ਰੁੱਤ ਓਲੰਪਿਕ ਤੋਂ ਪਹਿਲਾਂ ਚੀਨ ਲਈ ਕੋਈ ਵਪਾਰਕ ਉਡਾਣ ਨਾ ਹੋਣ ਦੀ ਸੰਭਾਵਨਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਫਲਾਈਟ ਸ਼ੈਡਿਊਲ ਅਨੁਸਾਰ 19 ਜਨਵਰੀ ਤੋਂ ਸ਼ੁਰੂ ਹੋ ਕੇ ਘੱਟ ਤੋਂ ਘੱਟ ਅਗਲੇ 2 ਹਫ਼ਤਿਆਂ ਤੱਕ ਅਮਰੀਕਾ ਤੋਂ ਚੀਨ ਲਈ ਸਾਰੀਆਂ ਉਡਾਣਾਂ ਜਾਂ ਤਾਂ ਰੱਦ ਕਰ ਦਿੱਤੀਆਂ ਗਈਆਂ ਨੇ ਜਾਂ ਚੀਨੀ ਹਵਾਬਾਜ਼ੀ ਨਿਯਮ ਦੇ ਕਾਰਨ ਮੁਅੱਤਲ ਹੋਣ ਦੀ ਸੰਭਾਵਨਾ ਹੈ। ਮਹਾਮਾਰੀ ਦੇ ਭਿਆਨਕ ਪ੍ਰਕੋਪ ਨੂੰ ਦੇਖਦੇ ਹੋਏ 24 ਦਸੰਬਰ ਤੋਂ 12 ਜਨਵਰੀ ਤੱਕ ਚੀਨ ਲਈ ਜਾਣ ਵਾਲੀਆਂ 9,356 ਅੰਤਰਰਾਸ਼ਟਰੀ ਉਡਾਣਾਂ 'ਚੋਂ 1/3 ਨੂੰ ਵੱਧ ਤੋਂ ਪਹਿਲਾਂ ਤੋਂ ਹੀ ਰੱਦ ਕਰ ਦਿੱਤਾ ਗਿਆ ਸੀ। ਪਿਛਲੇ ਸਾਲ ਜੂਨ ਤੋਂ ਬਾਅਦ ਚੀਨ ਦੇ ਨਾਗਰਿਕ ਉਡਾਣ ਪ੍ਰਸ਼ਾਸਨ ਨੇ ਅੰਤਰਰਾਸ਼ਟਰੀ ਉਡਾਣਾਂ ਲਈ ਕਥਿਤ ਤੌਰ ਤੇ ਸਰਕਿਟ ਬ੍ਰੇਕਰ ਨਿਯਮ ਲਾਗੂ ਕੀਤਾ ਹੈ। ਇਸ ਨਿਯਮ ਮੁਤਾਬਕ ਜੇਕਰ 5 ਜਾਂ ਵੱਧ ਯਾਤਰੀ ਚੀਨ ਵਿੱਚ ਪਹੁੰਚਣ ਤੇ ਕੋਵਿਡ ਪੋਜ਼ਿਟਿਵ ਪਾਏ ਜਾਂਦੇ ਨੇ ਤਾਂ ਫਲਾਈਟ ਨੂੰ 2 ਹਫ਼ਤਿਆਂ ਲਈ ਮੁਅੱਤਲ ਕਰ ਦਿੱਤਾ ਜਾਂਦਾ ਹੈ। ਇਸੇ ਤਰ੍ਹਾਂ ਜੇਕਰ 10 ਜਾਂ ਇਸ ਤੋਂ ਵੱਧ ਯਾਤਰੀ ਕੋਵਿਡ ਪੋਜ਼ਿਟਿਵ ਪਾਏ ਜਾਂਦੇ ਨੇ ਤਾਂ ਫਲਾਈਟ ਸਸਪੈਂਸ਼ਨ ਦੀ ਮਿਆਦ ਵੱਧ ਜਾਂਦੀ ਹੈ।
ਵਾਈਟ ਹਾਊਸ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਅਮਰੀਕੀ 19 ਜਨਵਰੀ ਤੋਂ ਸ਼ੁਰੂ ਹੋ ਕੇ ਘਰ-ਘਰ ਰੈਪਿਡ ਕੋਵਿਡ-19 ਟੈਸਟਾਂ ਦਾ ਆਨਲਾਈਨ ਆਰਡਰ ਦੇ ਸਕਣਗੇ। ਇਹ ਕਦਮ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਚੁੱਕਿਆ ਅਤੇ ਕਿਹਾ ਕਿ ਉਸਦੇ ਪ੍ਰਸ਼ਾਸਨ ਨੇ ਪਿਛਲੇ ਮਹੀਨੇ ਖਰੀਦੇ 500 ਮਿਲੀਅਨ ਤੇਜ਼ ਟੈਸਟਾਂ ਨੂੰ ਉਪਲਬਧ ਕਰਵਾਇਆ ਹੈ। ਹਾਲਾਂਕਿ ਜਿਸ ਵਿੱਚ ਕੁਝ ਮਹੱਤਵਪੂਰਨ ਹੱਦਾਂ ਵੀ ਸ਼ਾਮਲ ਨੇ, ਜਿਸ ਵਿੱਚ ਹਰੇਕ ਰਿਹਾਇਸ਼ੀ ਪਤਾ 4 ਟੈਸਟਾਂ ਤੱਕ ਸੀਮਿਤ ਹੋਏਗਾ। ਵਾਈਟ ਹਾਊਸ ਨੇ ਕਿਹਾ ਕਿ ਇੱਕ ਵਾਰ ਆਰਡਰ ਦਿੱਤੇ ਜਾਣ ਤੋਂ ਬਾਅਦ ਟੈਸਟਾਂ ਨੂੰ ਭੇਜਣ 'ਚ 7 ਤੋਂ 12 ਦਿਨ ਲੱਗ ਸਕਦੇ ਨੇ ਤੇ ਲੋਕ ਇੱਕ ਨਵੀਂ ਵੈਬਸਾਈਟ ਤੇ ਟੈਸਟਾਂ ਦਾ ਆਰਡਰ ਦੇ ਸਕਣਗੇ ਜੋ 19 ਜਨਵਰੀ ਨੂੰ ਲਾਈਵ ਹੋਵੇਗੀ। ਵਾਈਟ ਹਾਊਸ ਨੇ ਟੈਸਟਾਂ ਨੂੰ ਲੋਕਾਂ ਨੂੰ ਘਰਾਂ ਤੱਕ ਭੇਜਣ ਲਈ US ਡਾਕ ਸੇਵਾ ਨਾਲ ਵੀ ਭਾਈਵਾਲੀ ਕਰ ਰਿਹਾ ਹੈ। ਇਹ ਕਦਮ ਉਦੋਂ ਸਾਹਮਣੇ ਆਇਆ ਜਦੋਂ ਵਾਈਟ ਹਾਊਸ ਉੱਤੇ ਸੰਸਦ ਮੈਂਬਰਾਂ ਤੇ ਸਿਹਤ ਮਾਹਿਰਾਂ ਵੱਲੋਂ ਦੇਸ਼ ਭਰ ਵਿੱਚ ਟੈਸਟਾਂ ਦੀ ਘਾਟ ਨੂੰ ਦੂਰ ਕਰਨ ਲਈ ਸਖਤ ਕਾਰਵਾਈ ਕਰਨ ਲਈ ਦਬਾਅ ਪਾਇਆ ਗਿਆ ਸੀ। ਇੱਥੋਂ ਦੇ ਬਹੁਤ ਸਾਰੇ ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਨੂੰ ਓਮਿਕਰੌਨ ਵੇਵ ਦੇ ਹਿੱਟ ਹੋਣ ਤੋਂ ਪਹਿਲਾਂ ਇਸ ਤਰ੍ਹਾਂ ਦੇ ਮਹੀਨੇ ਪਹਿਲਾਂ ਟੈਸਟਿੰਗ ਦੇ ਕਦਮ ਚੁੱਕਣੇ ਚਾਹੀਦੇ ਸਨ। ਪ੍ਰਤੀ ਪਤੇ ਤੇ 4 ਟੈਸਟਾਂ ਦੀ ਹੱਦ ਦਾ ਮਤਲਬ ਇਹ ਹੋਵੇਗਾ ਕਿ ਇਕੱਲੇ ਇਹ ਚੈਨਲ ਉਸ ਕਿਸਮ ਦੀ ਬਾਰ-ਬਾਰ ਟੈਸਟਿੰਗ ਦੀ ਆਗਿਆ ਦੇਣ ਲਈ ਕਾਫੀ ਨਹੀਂ ਹੋਵੇਗਾ, ਜਿਸ ਲਈ ਬਹੁਤ ਸਾਰੇ ਮਾਹਿਰਾਂ ਨੇ ਮੰਗ ਕੀਤੀ ਹੈ। ਹੱਦ ਬਾਰੇ ਪੁੱਛੇ ਜਾਣ ਤੇ ਪ੍ਰਸ਼ਾਸਨ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਇਹ ਪਹਿਲ ਕਦਮੀ ਟੈਸਟਿੰਗ ਤੇ ਕਈ ਪ੍ਰੋਗਰਾਮਾਂ ਚੋਂ ਇੱਕ ਹੈ ਜੋ ਅਸੀਂ ਚਲਾ ਰਹੇ ਹਾਂ। ਹੋਰ ਤਰੀਕਿਆਂ ਵਿੱਚ ਲੋਕਾਂ ਨੂੰ ਪ੍ਰਾਈਵੇਟ ਸਿਹਤ ਬੀਮਾ ਕਰਤਾਵਾਂ ਵੱਲੋਂ ਉਹਨਾਂ ਵੱਲੋਂ ਇੱਕ ਰਿਟੇਲਰ ਤੋਂ ਖਰੀਦੇ ਗਏ ਟੈਸਟਾਂ ਲਈ ਅਦਾਇਗੀ ਕਰਨ ਦੀ ਆਗਿਆ ਦੇਣਾ ਵੀ ਸ਼ਾਮਲ ਹੈ। ਇੱਕ ਅਧਿਕਾਰੀ ਨੇ ਕਿਹਾ ਕਿ 420 ਮਿਲੀਅਨ ਟੈਸਟ ਪਹਿਲਾਂ ਹੀ ਇਕਰਾਰਨਾਮੇ ਅਧੀਨ ਨੇ, 80 ਮਿਲੀਅਨ ਦਾ ਇਕਰਾਰਨਾਮਾ ਅਜੇ ਬਾਕੀ ਹੈ। ਰਾਸ਼ਟਰਪਤੀ ਬਾਈਡਨ ਨੇ ਭਵਿੱਖ ਵਿੱਚ ਕੁਝ ਸਮੇਂ ਲਈ ਉਪਲਬਧ ਹੋਣ ਲਈ ਵਾਧੂ 500 ਮਿਲੀਅਨ ਟੈਸਟ ਕਿੱਟਾਂ ਦਾ ਐਲਾਨ ਵੀ ਕੀਤਾ ਹੈ। ਇੱਕ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀ ਨੇ ਕਿਹਾ ਕਿ ਵਾਈਟ ਹਾਊਸ ਇਸ ਦੀ ਸ਼ੁਰੂਆਤ ਲਈ ਤਿਆਰ ਹੈ, ਪਰ ਨੋਟ ਕੀਤਾ ਗਿਆ ਹੈ ਕਿ ਵੈਬਸਾਈਟ ਨੂੰ ਲਾਂਚ ਕਰਨ ਵਿੱਚ ਹਮੇਸ਼ਾ ਕੁਝ ਜ਼ੋਖਮ ਹੁੰਦਾ ਹੈ। ਇੱਕ ਸੰਘੀ ਅਦਾਲਤ ਵੱਲੋਂ ਜ਼ਹਿਰੀਲਾ ਟੀਕਾ ਲਾ ਕੇ ਮੌਤ ਦੀ ਸਜ਼ਾ ਉੱਪਰ ਅਮਲ ਕਰਨ ਦੀ ਬਜਾਏ ਫਾਇਰਿੰਗ ਸਕੁਐਡ ਦੁਆਰਾ ਗੋਲੀਆਂ ਮਾਰ-ਮਾਰ ਦੇਣ ਦੀ ਅਪੀਲ ਰੱਦ ਕਰ ਦੇਣ ਉਪਰੰਤ ਵੱਖ ਦੋਸ਼ਾਂ ਤਹਿਤ ਦਿੱਤੀ ਗਈ 2 ਕੈਦੀਆਂ ਨੂੰ ਮੌਤ ਦੀ ਸਜ਼ਾ ਉੱਪਰ ਅਮਲ ਕਰਨ ਲਈ ਰਾਹ ਪੱਧਰਾ ਹੋ ਗਿਆ। ਇਸ ਫੈਸਲੇ ਉਪਰੰਤ ਡੋਨਾਲਡ ਗ੍ਰਾਂਟ ਨੂੰ 26 ਜਨਵਰੀ ਤੇ ਗਿਲਬਰਟ ਪੋਸਟਲ ਨੂੰ 17 ਫਰਵਰੀ ਨੂੰ ਜ਼ਹਿਰੀਲਾ ਟੀਕਾ ਲਾ ਕੇ ਸਦਾ ਦੀ ਨੀਂਦ ਸੁਆ ਦਿੱਤਾ ਜਾਏਗਾ। ਜੱਜ ਸਟੀਫਨ ਫਰੀਆਟ ਨੇ ਆਪਣੇ ਨਿਰਣੇ ਵਿੱਚ ਕਿਹਾ ਕਿ ਦੋਸ਼ੀਆਂ ਦੇ ਵਕੀਲ ਸਾਬਤ ਕਰਨ ਵਿੱਚ ਨਾਕਾਮ ਰਹੇ ਨੇ ਕਿ ਜ਼ਹਿਰੀਲਾ ਟੀਕਾ ਲਾਉਣ ਨਾਲ ਵਿਅਕਤੀ ਦਾ ਅੰਤ ਬਹੁਤ ਦੁੱਖਾਂ ਭਰਿਆ ਹੁੰਦਾ ਹੈ। ਹਾਲਾਂਕਿ ਓਕਲਾਹੋਮਾ ਵਿੱਚ ਬੀਤੇ ਵਿੱਚ ਜ਼ਹਿਰੀਲਾ ਟੀਕਾ ਲਾ ਕੇ ਮੌਤ ਦੀ ਸਜ਼ਾ ਉੱਪਰ ਅਮਲ ਹੁੰਦਾ ਰਿਹਾ। ਸੰਘੀ ਅਦਾਲਤ ਦੇ ਇਸ ਨਿਰਣੇ ਨੂੰ ਦੋਸ਼ੀਆਂ ਦੇ ਵਕੀਲਾਂ ਨੇ 10th ਸਰਕਟ ਕੋਰਟ ਆਫ ਅਪੀਲ ਵਿੱਚ ਚੁਣੌਤੀ ਦਿੱਤੀ ਹੈ। ਵਕੀਲ ਜੈਨੀਫਰ ਮੈਰੋਨੋ ਨੇ ਜਾਰੀ ਇੱਕ ਬਿਆਨ ਵਿੱਚ ਕਿਹਾ ਹੈ ਕਿ ਮੌਤ ਦੀ ਸਜ਼ਾ ਉੱਪਰ ਇਸ ਸਮੇਂ ਅਮਲ ਕਰਨ ਲਈ ਕੋਈ ਸਿਧਾਂਤਕ ਆਧਾਰ ਮੌਜੂਦ ਨਹੀਂ ਹੈ ਤੇ ਮੌਤ ਦੀ ਸਜ਼ਾ ਨੂੰ ਕੁਝ ਸਮੇਂ ਲਈ ਰੋਕ ਦੇਣਾ ਦੀ ਦੂਰਦਰਸ਼ੀ ਵਾਲਾ ਫੈਸਲਾ ਹੋਏਗਾ। ਦੂਜੇ ਪਾਸੇ ਜ਼ਹਿਰੀਲਾ ਟੀਕਾ ਲਾ ਕੇ ਮੌਤ ਦੀ ਸਜ਼ਾ ਉੱਪਰ ਅਮਲ ਕਰਨ ਤੇ ਜ਼ੋਰ ਦੇ ਰਹੇ ਵਕੀਲਾਂ ਦਾ ਕਹਿਣਾ ਹੈ ਕਿ ਫਾਇਰਿੰਗ ਸਕੁਐਡ ਰਾਹੀਂ ਜਾਂ ਹੋਰ ਕਿਸੇ ਢੰਗ ਤਰੀਕੇ ਰਾਹੀਂ ਮੌਤ ਦੇਣ ਸੰਬੰਧੀ ਅਪੀਲ ਦਾ ਮਕਸਦ ਦੋਸ਼ੀਆਂ ਦੀ ਫਾਂਸੀ ਨੂੰ ਅੱਗੇ ਪਾਉਣ ਤੋਂ ਬਿਨਾਂ ਹੋਰ ਕੁਝ ਨਹੀਂ ਹੈ। ਅਮਰੀਕਾ ਦੇ ਅਨਵੈਕਸੀਨੇਟਿਡ ਟਰੱਕ ਡਰਾਈਵਰਾਂ ਦਾ ਕੈਨੇਡਾ ਵਿੱਚ ਦਾਖਲਾ ਬੰਦ ਹੋ ਗਿਆ ਅਤੇ ਅਮਰੀਕਾ ਦਾ ਗੇੜਾ ਲਾ ਕੇ ਪਰਤ ਰਹੇ ਉਹਨਾਂ ਕੈਨੇਡੀਅਨ ਟਰੱਕ ਡਰਾਈਵਰਾਂ ਨੂੰ ਕੁਆਰੰਟਾਈਨ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ ਜਿਨ੍ਹਾਂ ਨੇ ਕੋਰੋਨਾ ਵੈਕਸੀਨ ਦੇ 2ਵੇਂ ਟੀਕੇ ਨਹੀਂ ਲਗਵਾਏ। ਅਮਰੀਕਾ ਕੈਨੇਡਾ ਦਰਮਿਆਨ ਟਰੱਕ ਚਲਾਉਣ ਵਾਲੇ ਤਕਰੀਬਨ 1,60,000 ਟਰੱਕ ਡਰਾਈਵਰਾਂ ਵਿੱਚੋਂ 26,000 ਡਰਾਈਵਰਾਂ ਨਵੇਂ ਨਿਯਮਾਂ ਕਾਰਨ ਪ੍ਰਭਾਵਿਤ ਹੋਣਗੇ ਅਤੇ ਸਪਲਾਈ ਵਿੱਚ ਰੁਕਾਵਟ ਕਰਨ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਉੱਪਰ ਜਾ ਸਕਦੀਆਂ ਨੇ। ਦੱਸ ਦਈਏ ਕਿ ਕੈਨੇਡਾ ਵਾਲੇ ਪਾਸੇ 15 ਜਨਵਰੀ ਤੋਂ ਨਵੀਆਂ ਗਾਈਡਲਾਈਨਸ ਲਾਗੂ ਹੋਣ ਮਗਰੋਂ 22 ਜਨਵਰੀ ਤੋਂ ਅਮਰੀਕਾ ਵਿੱਚ ਬਿਲਕੁਲ ਇਨ-ਬਿਨ ਨਿਯਮ ਲਾਗੂ ਕੀਤੇ ਜਾ ਰਹੇ ਨੇ। ਬਾਇਸਨ ਟਰਾਂਸਪੋਰਟ ਦੇ ਮੁੱਖ ਕਾਰਜਕਾਰੀ ਅਫਸਰ ਰੌਬ ਪੈਨਰ ਨੇ ਕਿਹਾ ਕਿ ਨਵੇਂ ਨਿਯਮਾਂ ਕਾਰਨ ਹਰ ਸਾਲ ਅਮਰੀਕਾ ਤੋਂ ਕੈਨੇਡਾ ਪਹੁੰਚਣ ਵਾਲੇ 24 ਅਰਬ ਡਾਲਰ ਮੁੱਲ ਦੇ ਪਦਾਰਥਾਂ ਦੀਆਂ ਕੀਮਤਾਂ ਵੱਧ ਸਕਦੀਆਂ ਨੇ। ਅਮਰੀਕਾ ਦੇ ਯੂਜੀਨ ਵਿੱਚ ਆਯੋਜਿਤ ਕੰਸਰਟ ਸਥਲ ਦੇ ਬਾਹਰ 2 ਔਰਤਾਂ ਸਮੇਤ 6 ਲੋਕਾਂ ਨੂੰ ਗੋਲੀ ਮਾਰ ਦਿੱਤੀ ਗਈ ਅਤੇ ਇਸ ਮਾਮਲੇ ਵਿੱਚ ਸ਼ੱਕੀ ਹਾਲੇ ਵੀ ਫਰਾਰ ਹੈ। ਇਹ ਜਾਣਕਾਰੀ ਦਿੰਦਿਆਂ ਓਰੇਗਨ ਪੁਲਿਸ ਨੇ ਚਸ਼ਮਦੀਦ ਗਵਾਹਾਂ ਨੂੰ ਅੱਗੇ ਆਉਣ ਅਤੇ ਘਟਨਾ ਬਾਰੇ ਜਾਣਕਾਰੀ ਦੇਣ ਦੀ ਅਪੀਲ ਕੀਤੀ ਹੈ। ਯੂਜੀਨ ਪੁਲਿਸ ਵਿਭਾਗ ਨੇ ਸ਼ਨੀਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਅਧਿਕਾਰੀਆਂ ਨੇ ਸ਼ੁੱਕਰਵਾਰ ਰਾਤ ਕਰੀਬ 9:30 ਵਜੇ ਯੂਜੀਨ ਵਿੱਚ ਬਾਊ ਹਾਲ ਦੇ ਪਿਛਲੇ ਦਰਵਾਜ਼ੇ ਤੇ ਗੋਲਾਬਾਰੀ ਦੀ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਕਾਰਵਾਈ ਕੀਤੀ। ਜਾਣਕਾਰੀ ਮੁਤਾਬਕ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਲੋਕਾਂ ਦੀ ਮਦਦ ਕੀਤੀ। ਯੂਜੀਨ ਪੁਲਿਸ ਦੇ ਮੁਖੀ ਕ੍ਰਿਸ ਸਕੀਨਰ ਨੇ ਕਿਹਾ ਕਿ ਜਦੋਂ ਸੁਰੱਖਿਆ ਕਰਮਚਾਰੀ ਪਹੁੰਚੇ ਤਾਂ ਉਮੀਦ ਅਨੁਸਾਰ ਉਹਨਾਂ ਨੇ 6 ਲੋਕਾਂ ਨੂੰ ਗੋਲੀ ਨਾਲ ਜ਼ਖਮੀ ਹੋਏ ਦੇਖਿਆ।
ਲੋਕ ਉਸ ਥਾਂ ਤੋਂ ਭੱਜਣ ਦੀ ਕੋਸ਼ਿਸ਼ ਕਰ ਰਹੇ ਸਨ। ਉਹਨਾਂ ਨੇ ਦੋਸਤ ਜ਼ਮੀਨ ਤੇ ਪਏ ਸਨ, ਉਹ ਮਦਦ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਪੁਲਿਸ ਨੇ ਦੱਸਿਆ ਕਿ 5 ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ, ਜਦਕਿ ਇੱਕ ਵਿਅਕਤੀ ਆਪਣੇ ਪੱਧਰ ਤੇ ਇਲਾਜ ਲਈ ਗਿਆ। ਉਹਨਾਂ ਨੇ ਦੱਸਿਆ ਕਿ ਸ਼ਨੀਵਾਰ ਨੂੰ ਵੀ ਇੱਕ ਮਰੀਜ਼ ਦੀ ਹਾਲਾਤ ਨਾਜ਼ੁਕ ਬਣੀ ਹੋਈ ਹੈ, ਜਦਕਿ ਬਾਕੀਆਂ ਦੀ ਹਾਲਾਤ ਸਥਿਰ ਹੈ। ਪੁਲਿਸ ਮੁਤਾਬਕ ਘਟਨਾ ਦੇ ਸਮੇਂ ਲਿਲ ਬੀਨ ਅਤੇ ਜੈ ਬੈਂਕ ਅਤੇ ਹੋਰ ਕਲਾਕਾਰ ਪ੍ਰਦਰਸ਼ਨ ਕਰ ਰਹੇ ਸਨ। ਪੁਲਿਸ ਨੇ ਦੱਸਿਆ ਕਿ ਅਜੇ ਤੱਕ ਦੋਸ਼ੀ ਦੀ ਗ੍ਰਿਫਤਾਰੀ ਨਹੀਂ ਹੋਈ। ਮਹੱਤਵਪੂਰਨ ਗੱਲ ਇਹ ਹੈ ਕਿ ਯੂਜੀਨ ਪੋਰਟਲੈਂਡ ਓਰੇਗਨ ਤੋਂ 177 ਕਿਲੋਮੀਟਰ ਦੱਖਣ ਵੱਲ ਹੈ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਦੇ ਪ੍ਰਸ਼ਾਸਨ ਨੇ ਰੂਸ, ਚੀਨ ਅਤੇ ਹੋਰ ਸ਼ਤਰੂਆਂ ਤੋਂ ਪੈਦਾ ਹੋਣ ਵਾਲੇ ਖਤਰਿਆਂ ਨਾਲ ਨਜਿੱਠਣ ਲਈ ਖੁਫੀਆ ਭਾਈਚਾਰੇ ਦੇ ਯਤਨਾਂ ਦਾ ਤਾਲਮੇਲ ਕਰਨ ਲਈ ਕੇਂਦਰੀ ਖੁਫੀਆ ਏਜੰਸੀ ਦੇ ਤੌਰ ਤੇ ਕੈਰੀਅਰ ਦੀ ਸ਼ੁਰੂਆਤ ਕੀਤੀ ਹੈ। ਨੈਸ਼ਨਲ ਇੰਟੈਲੀਜੈਂਸ ਡਾਇਰੈਕਟਰ ਐਵਰਿਲ ਹੇਨੇਸ ਦੇ ਬੁਲਾਰੇ ਨਿਕੋਲ ਡੀ ਹਾਈ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਹੇਨਸ ਨੇ ਜੌਫਰੀ ਬਿਚਮੈਨ ਨੂੰ ਚੁਣੌਤੀ ਖਤਰਿਆਂ ਤੋਂ ਨਜਿੱਠਣ ਲਈ ਕਾਰਜਕਾਰੀ ਵਜੋਂ ਨਾਮਜ਼ਦ ਕੀਤਾ ਹੈ। ਉਸਨੇ ਕਿਹਾ ਕਿ ਵਿਚਮੈਨ ਨੇ ਖੂਫੀਆ ਅਤੇ ਸਾਈਬਰ ਸੁਰੱਖਿਆ ਦੇ ਖੇਤਰ 'ਚ ਅਹਿਮ ਭੂਮਿਕਾ ਨਿਭਾਉਂਦੇ ਹੋਏ 30 ਸਾਲਾਂ ਤੱਕ CIA ਸੇਵਾਵਾਂ ਕੀਤੀਆਂ ਗਈਆਂ। ਉਸ ਦੀ ਨਿਯੁਕਤੀ ਦੀ ਜਾਣਕਾਰੀ ਸਭ ਤੋਂ ਪਹਿਲਾਂ ਦਾ ਨਿਊਯਾਰਕ ਟਾਈਮਜ਼ ਨੇ ਦਿੱਤੀ ਸੀ। ਇਹ ਨਿਯੁਕਤੀ ਅਮਰੀਕੀ ਲੋਕਤੰਤਰ ਵਿੱਚ ਵਿਦੇਸ਼ੀ ਦਖਲ ਅੰਦਾਜ਼ੀ ਨੂੰ ਰੋਕਣ ਲਈ ਨਵਾਂ ਖੂਫੀਆ ਕੇਂਦਰ ਸਥਾਪਿਤ ਕਰਨ ਲਈ ਕੀਤੀ ਗਈ ਹੈ। ਮਾਹਿਰਾਂ ਅਤੇ ਖੁਫੀਆ ਅਧਿਕਾਰੀਆਂ ਦਾ ਕਹਿਣਾ ਹੈ ਕਿ ਪ੍ਰਸਤਾਵਿਤ ਵਿਦੇਸ਼ੀ ਮੁਲੀਨ ਪ੍ਰਭਾਵ ਕੇਂਦਰ ਜ਼ਰੂਰੀ ਹੈ, ਪਰ ਖੁਫੀਆ ਭਾਈਚਾਰਾ ਅਤੇ ਸੰਸਦ ਇਸ ਦੇ ਆਕਾਰ ਅਤੇ ਬਜਟ ਤੇ ਸਹਿਮਤ ਨਹੀਂ ਨੇ। ਇਸ ਤੋਂ ਪਹਿਲਾਂ ਕਾਰਜਕਾਰੀ ਰਾਹੀਂ ਸ਼ੈਲਬੀ ਪੀਅਰਸਨ ਉਦੋਂ ਸੁਰੱਖਿਆ ਵਿੱਚ ਆਈ ਸੀ ਜਦੋਂ ਉਸਨਾਂ ਨੇ ਸਾਬਕਾ 2020 ਦੀਆਂ ਚੋਣਾਂ 'ਚ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਮਰਥਨ ਵਿੱਚ ਦਖਲ ਦੇਣ ਦੀ ਕਥਿਤ ਰੂਸੀ ਕੋਸ਼ਿਸ਼ ਨੂੰ ਲੈ ਕੇ ਸੰਸਦ ਮੈਂਬਰਾਂ ਨੂੰ ਬੰਦ ਕਮਰੇ ਵਿੱਚ ਜਾਣਕਾਰੀ ਦਿੱਤੀ ਸੀ। ਕੈਨੇਡਾ ਦੇ ਸ਼ਹਿਰ ਬਰੈਂਪਟਨ ਦੇ ਵਾਸੀ ਅਤੇ ਨਾਲ ਲੱਗਦੇ ਮਿਸੀਸਾਗਾ ਸ਼ਹਿਰ ਵਿੱਚ ਵਕਾਲਤ ਦਾ ਆਪਣਾ ਦਫ਼ਤਰ ਚਲਾਉਂਦੇ ਰਹੇ ਸ਼ਾਹਿਦ ਮਲਕ ਦੀ ਗ੍ਰਿਫਤਾਰੀ ਲਈ ਪੀਲ ਪੁਲਿਸ ਵੱਲੋਂ ਦੇਸ਼ ਭਰ ਵਿੱਚ ਗ੍ਰਿਫਤਾਰੀ ਦਾ ਬ੍ਰੰਟ ਕੱਢਿਆ ਗਿਆ ਹੈ। ਬੀਤੇ ਸਾਲ ਜੂਨ ਤੋਂ ਦਸੰਬਰ ਤੱਕ ਜਾਇਦਾਦਾਂ ਦੀ ਖਰੀਦ ਵੇਚ ਲਈ ਵਕੀਲ ਮਲਕ ਦੇ ਟਰਸਟ ਅਕਾਊਂਟ ਵਿੱਚ ਸਿਸਟਮ ਅਨੁਸਾਰ ਲੋਕਾਂ ਵੱਲੋਂ ਜਮ੍ਹਾਂ ਕਰਵਾਈਆਂ ਰਕਮਾਂ ਖੁਰਦ-ਬੁਰਦ ਕਰਨ ਦੇ ਮਾਮਲਿਆਂ ਦੀ ਪੁਲਿਸ ਵੱਲੋਂ ਜਾਂਚ ਜਾਰੀ ਹੈ। ਪਤਾ ਲੱਗਾ ਹੈ ਕਿ ਪੁਲਿਸ ਦੀ ਪਕੜ ਤੋਂ ਬਚਣ ਲਈ ਫਰਾਰ ਹੋਏ ਸ਼ਾਹਿਦ ਮਲਕ ਲਾ ਆਫਿਸ ਦੇ ਮਾਲਕ ਦਾ ਸੰਬੰਧ ਜੰਮੂ ਕਸ਼ਮੀਰ ਨਾਲ ਹੈ। ਦੁਨੀਆ ਦੇ ਸਾਰੇ ਦੇਸ਼ ਓਮਿਕਰੋਨ ਵੇਰੀਐਂਟ ਕਾਰਨ ਕਰੋਨਾ ਵਾਇਰਸ ਦੀ ਲਾਗ ਨਾਲ ਜੂਝ ਰਹੇ ਨੇ ਅਤੇ ਇਸ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਪਰ ਇਸ ਦੌਰਾਨ ਵਿਗਿਆਨੀਆਂ ਨੇ ਦਾਅਵਾ ਕੀਤਾ ਹੈ ਕਿ ਇਹ ਵੇਰੀਐਂਟ ਕਰੋਨਾ ਵਾਇਰਸ ਦਾ ਆਖਰੀ ਵੇਰੀਐਂਟ ਨਹੀਂ ਹੋਏਗਾ, ਕਿਉਂਕਿ ਅਜਿਹੇ ਰੂਪ ਭਵਿੱਖ ਵਿੱਚ ਵੇਖਣ ਨੂੰ ਮਿਲ ਸਕਦੇ ਨੇ। ਇਸ ਦਾ ਮਤਲਬ ਹੈ ਕਿ ਇਹ ਵਾਇਰਸ ਵੱਧ ਤੋਂ ਵੱਧ ਲੋਕਾਂ ਵਿੱਚ ਅੱਗੇ ਵਧ ਸਕਦਾ ਹੈ। ਬੋਸਟਨ ਯੂਨੀਵਰਸਿਟੀ ਦੇ ਮਹਾਮਾਰੀ ਵਿਗਿਆਨੀ ਲਿਓਨਾਰਡੋ ਮਾਰਟਿਨ ਨੇ ਕਿਹਾ ਕਿ ਤੇਜ਼ੀ ਨਾਲ ਫੈਲਣ ਕਾਰਨ ਓਮਿਕਰੋਨ ਨੂੰ ਹੋਰ ਮਿਊਟੇਸ਼ਨ ਪੈਦਾ ਕਰਨ ਦਾ ਮੌਕਾ ਮਿਲੇਗਾ, ਜਿਸ ਕਾਰਨ ਹੋਰ ਵੇਰੀਐਂਟ ਆਉਣ ਦੀ ਸੰਭਾਵਨਾ ਹੈ। ਐਮਾਜ਼ੋਨ ਅਤੇ ਹੋਰ ਕੋਰੀਅਰ ਪੈਕੇਜਾਂ ਦੀਆਂ ਚੋਰੀਆਂ ਦੀਆਂ ਘਟਨਾਵਾਂ ਅਮਰੀਕਾ ਦੇ ਅਧਿਕਾਰੀਆਂ ਲਈ ਚਿੰਤਾ ਦਾ ਕਾਰਨ ਬਣ ਰਹੀਆਂ ਨੇ, ਜਦੋਂ ਕਿ ਪਾਰਸਲ ਉਹਨਾਂ ਲੋਕਾਂ ਦੇ ਪ੍ਰਵੇਸ਼ ਦੁਆਰ ਤੋਂ ਗਾਇਬ ਹੁੰਦੇ ਰਹਿੰਦੇ ਨੇ ਜੋ ਉਹਨਾਂ ਨੂੰ ਆਨਲਾਈਨ ਆਰਡਰ ਕਰਦੇ ਨੇ। ਰਸਤੇ ਵਿੱਚ ਉਹਨਾਂ ਦੇ ਚੋਰੀ ਹੋਣ ਦਾ ਇੱਕ ਪਰੇਸ਼ਾਨ ਕਰਨ ਵਾਲਾ ਰੁਝਾਨ ਅਧਿਕਾਰੀਆਂ ਨੂੰ ਹੋਰ ਮੁਸੀਬਤ ਦੇ ਰਿਹਾ, ਜਿਵੇਂ ਕਿ ਖਤਰਾ ਵੱਧ ਰਿਹਾ ਹੈ। CBS ਦੇ ਫੋਟੋਗ੍ਰਾਫਰ ਜੌਨ ਸ਼ਰਬੀਰ ਨੇ ਲਾਸ ਏਂਜਲਸ ਵਿੱਚ ਲਿੰਕਨ ਹਾਈਟਸ ਏਰੀਆ ਦਾ ਦੌਰਾ ਕੀਤਾ, ਜਦੋਂ ਰੇਲ ਗੱਡੀਆਂ ਦੇ ਕਾਰਗੋ ਕੰਟੇਨਰਾਂ ਤੋਂ ਲਗਾਤਾਰ ਵੱਧ ਰਹੀ ਚੋਰੀ ਬਾਰੇ ਸੁਣਿਆ। ਲਿੰਕਨ ਹਾਈਟਸ ਕੇਂਦਰੀ LA ਵਿੱਚ ਇੱਕ ਸੰਘਣੀ ਆਬਾਦੀ ਵਾਲਾ ਖੇਤਰ, ਰੇਲ ਟਰੈਕ ਇੱਕ ਯੂਨੀਕ ਪੈਸੀਫਿਕ ਟਰਮੀਨਲ ਦੇ ਨਾਲ ਇੱਕ ਸੰਯੁਕਤ ਰਾਜ ਸੇਵਾਵਾਂ ਗਾਹਕ ਕੇਂਦਰ ਤੇ ਇਕੱਠੇ ਹੁੰਦੇ ਨੇ, ਜਿੱਥੇ ਰੇਲ ਗੱਡੀਆਂ ਆਪਣਾ ਮਾਲ ਉਤਾਰਦੀਆਂ ਨੇ। ਵੀਡੀਓਜ਼ ਦੀ ਇੱਕ ਲੜੀ ਵਿੱਚ ਜੋ ਉਸਨੇ ਟਵਿੱਟਰ ਤੇ ਪੋਸਟ ਕੀਤਾ ਹੈ, ਜਿਸ ਨੂੰ ਹੁਣ ਤੱਕ 2 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਿਆ। ਸ਼ਰੇਬਰ ਨੇ ਦੱਸਿਆ ਕਿ ਉਸਨੇ ਟਰੈਕਟਰਾਂ ਤੇ ਦੇਖੇ ਪੰਜਾਂ ਵਿੱਚੋਂ ਇੱਕ ਕੰਟੇਨਰ ਨੂੰ ਨਿਸ਼ਾਨਾ ਬਣਾਇਆ। ਦਰਵਾਜ਼ੇ ਖੁੱਲੇ ਤੇ ਤਾਲੇ ਕੱਟੇ ਗਏ ਸਨ। ਉਸਨੇ ਲਿਖਿਆ, ਜਿੱਥੋਂ ਤੱਕ ਅੱਖ ਦੇਖ ਸਕਦੀ ਹੈ ਲੁੱਟੇ ਗਏ ਪੈਕੇਜ ਸਨ। ਉਸਨੇ ਕਈ ਪ੍ਰਮੁੱਖ ਅਮਰੀਕੀ ਕੋਰੀਅਰ ਕੰਪਨੀਆਂ ਜਿਵੇਂ ਕਿ ਐਮਾਜ਼ਨ, ਟਾਰਗੇਟ, UPS ਅਤੇ ਫੈਡਐਕਸ ਤੋਂ ਪੈਕੇਜ ਲੱਭਣ ਦੀ ਰਿਪੋਰਟ ਕੀਤੀ ਹੈ। ਕੋਰੋਨਾ ਦੇ ਓਮਿਕਰੋਨ ਵੇਰੀਐਂਟ ਕਾਰਨ ਆਈ ਮਹਾਮਾਰੀ ਦੀ ਲਹਿਰ ਨਾਲ ਅਮਰੀਕਾ 'ਚ ਸਿਹਤ ਪ੍ਰਬੰਧਨ ਲੜਖੜਾ ਗਏ ਨੇ। ਬੁੱਧਵਾਰ ਨੂੰ ਅਮਰੀਕੀ ਹਸਪਤਾਲ 'ਚ ਦਾਖਲ ਮਰੀਜ਼ਾਂ ਦੀ ਗਿਣਤੀ 1,51,261 ਤੱਕ ਪੁੱਜ ਗਈ, ਜੋ ਮਹਾਮਾਰੀ ਸ਼ੁਰੂ ਹੋਣ ਤੋਂ ਬਾਅਦ ਹੁਣ ਤੱਕ ਦੀ ਸਭ ਤੋਂ ਵੱਡੀ ਗਿਣਤੀ ਹੈ। ਵੱਧਦੇ ਮਰੀਜ਼ਾਂ ਕਾਰਨ ਹਸਪਤਾਲ ਵਿੱਚ ਉਹਨਾਂ ਦੀ ਦੇਖਭਾਲ ਕਰਨ ਵਾਲੇ ਮੁਲਾਜ਼ਮਾਂ ਦੀ ਗਿਣਤੀ ਘੱਟ ਪੈ ਰਹੀ ਹੈ। ਅਮਰੀਕੀ ਸਿਹਤ ਤੇ ਮਨੁੱਖੀ ਸੇਵਾ ਵਿਭਾਗ ਦੇ ਅੰਕੜਿਆਂ ਦੇ ਹਵਾਲੇ ਤੋਂ ਮੀਡੀਆ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ 19 ਸੂਬਿਆਂ 'ਚ 15% ਤੋਂ ਘੱਟ ICU ਬੈੱਡ ਖਾਲੀ ਹਨ। ਇਨ੍ਹਾਂ 'ਚੋਂ ਵੀ 4 ਸੂਬਿਆਂ ਕੇਨਚੁਕੀ, ਅਲਬਾਮਾ, ਇੰਡੀਆਨਾ ਤੇ ਨਿਊ ਹੈਂਪਸ਼ਾਇਰ ਦੇ ਹਸਪਤਾਲਾਂ 'ਚ ਖਾਲੀ ICU ਬੈੱਡਾਂ ਦੀ ਗਿਣਤੀ 10% ਤੋਂ ਵੀ ਘੱਟ ਰਹਿ ਗਈ ਹੈ।
ओमिक्रॉन कारण नवे मामलों की सुनामी आई है। हस्पतालों काम करने वालों के कोरोना की लपेट च आउण दा खतरा ज्यादा बढ़ गया। स्टाफ की कमी नूं दूर करने लई वाशिंगटन के मेयर ने वीरवार नूं कहा कि वो चाहते हैं कि हस्पताल आम ऑपरेशनां नूं फिलहाल रोक देण। कोविड-19 ਦੇ ਵੱਧ ਰਹੇ ਕੇਸਾਂ ਦਰਮਿਆਨ ਚੋਣ ਕਮਿਸ਼ਨ ਨੇ 5 ਸੂਬਿਆਂ ਵਿੱਚ ਹੋ ਰਹੀਆਂ ਵਿਧਾਨ ਸਭਾ ਚੋਣਾਂ ਵਿੱਚ ਰੈਲੀਆਂ ਅਤੇ ਰੋਡ ਸ਼ੋਅਜ਼ ਤੇ 22 ਜਨਵਰੀ ਤੱਕ ਪਾਬੰਦੀ ਵਧਾ ਦਿੱਤੀ ਹੈ। ਕਮਿਸ਼ਨ ਨੇ ਕਿਹਾ ਕਿ ਉਹ ਹਾਲਾਤ ਤੇ ਨਜ਼ਰ ਰੱਖਣਗੇ ਅਤੇ ਫਿਰ ਨਵੇਂ ਨਿਰਦੇਸ਼ ਜਾਰੀ ਕਰੇ ਜਾਣਗੇ। ਉਂਝ ਚੋਣ ਕਮਿਸ਼ਨ ਨੇ ਸਿਆਸੀ ਪਾਰਟੀਆਂ ਨੂੰ ਥੋੜੀ ਰਾਹਤ ਦਿੰਦਿਆਂ ਹਾਲ ਅੰਦਰ 50% ਦੀ ਸਮਰੱਥਾ ਜਾਂ ਵੱਧ ਤੋਂ ਵੱਧ 300 ਲੋਕਾਂ ਦੇ ਇਕੱਠ ਦੀ ਆਗਿਆ ਦਿੱਤੀ ਹੈ। ਬਿਆਨ ਵਿੱਚ ਕਿਹਾ ਗਿਆ ਕਿ ਪ੍ਰਦੇਸ਼ ਆਫਤ ਪ੍ਰਬੰਧਨ ਅਧਿਕਾਰੀਆਂ ਵੱਲੋਂ ਤੈਅ ਸਮਰੱਥਾ ਮੁਤਾਬਕ ਵੀ ਰੈਲੀਆਂ ਕੀਤੀਆਂ ਜਾ ਸਕਦੀਆਂ ਨੇ। ਚੋਣ ਕਮਿਸ਼ਨ ਨੇ ਕਿਹਾ ਕਿ ਉਹਨਾਂ ਮੌਜੂਦ ਹਾਲਾਤਾਂ ਨੂੰ ਦੇਖਦਿਆਂ ਅਤੇ ਕੇਂਦਰੀ ਸਿਹਤ ਮੰਤਰਾਲੇ ਮੁੱਖ ਸਕੱਤਰ ਅਤੇ ਹੋਰ ਅਧਿਕਾਰੀਆਂ ਨਾਲ ਵਰਚੁਅਲ ਬੈਠਕ ਕਰਨ ਮਗਰੋਂ ਇਹ ਫੈਸਲਾ ਲਿਆ। ਬਿਆਨ ਵਿੱਚ ਕਿਹਾ ਗਿਆ ਹੈ ਕਿ ਰੋਡ ਸ਼ੋਅ, ਪੈਦਲ ਯਾਤਰਾ, ਸਾਈਕਲ, ਬਾਈਕ, ਵਾਹਨ ਰੈਲੀ ਅਤੇ ਜਲੂਸ ਆਦਿ ਕੱਢੇ ਜਾਣ ਦੀ 22 ਜਨਵਰੀ ਤੱਕ ਰੋਕ ਰਹੇਗੀ। ਚੋਣ ਕਮਿਸ਼ਨ ਨੇ ਸਿਆਸੀ ਪਾਰਟੀਆਂ ਨੂੰ ਨਿਰਦੇਸ਼ ਦਿੱਤੇ ਨੇ ਕਿ ਉਹ ਕੋਵਿਡ ਉਚਿਤ ਵਿਵਹਾਰ ਦੇ ਨਿਯਮਾਂ ਨੂੰ ਯਕੀਨੀ ਬਣਾਉਣ ਅਤੇ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਨਾ ਕੀਤੀ ਜਾਵੇ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕੇਂਦਰੀ ਚੋਣ ਕਮਿਸ਼ਨਰ ਸੁਸ਼ੀਲ ਚੰਦਰਾ ਨੂੰ ਚਿੱਠੀ ਲਿਖ ਕੇ ਮੰਗ ਕੀਤੀ ਹੈ ਕਿ ਵੋਟਾਂ ਦੀ ਤਾਰੀਖ 6 ਦਿਨਾਂ ਲਈ ਮੁਲਤਵੀ ਕੀਤੀ ਜਾਵੇ। ਚੋਣ ਕਮਿਸ਼ਨ ਨੇ ਪੰਜਾਬ ਵਿਧਾਨ ਸਭਾ ਚੋਣਾਂ 14 ਫਰਵਰੀ 2022 ਨੂੰ ਕਰਵਾਉਣ ਦਾ ਐਲਾਨ ਕੀਤਾ ਹੋਇਆ। ਮੁੱਖ ਮੰਤਰੀ ਚੰਨੀ ਨੇ ਆਪਣੀ ਚਿੱਠੀ ਵਿੱਚ ਕਿਹਾ ਕਿ ਅਨੁਸੂਚਿਤ ਜਾਤ ਭਾਈਚਾਰੇ ਦੇ ਨੁਮਾਇੰਦਿਆਂ ਦੇ ਧਿਆਨ ਵਿੱਚ ਇਹ ਮਾਮਲਾ ਲਿਆਂਦਾ ਹੈ ਕਿ ਸ੍ਰੀ ਗੁਰੂ ਰਵਿਦਾਸ ਜਯੰਤੀ ਇਸ ਵਾਰ 16 ਫਰਵਰੀ 2022 ਨੂੰ ਆ ਰਹੀ ਹੈ। ਸੂਬੇ ਵਿੱਚ ਅਨੁਸੂਚਿਤ ਜਾਤੀ ਭਾਈਚਾਰੇ ਦੇ ਲੋਕਾਂ ਦੀ ਆਬਾਦੀ 32% ਦੀ ਹੈ। ਅਜਿਹੀ ਸਥਿਤੀ ਵਿੱਚ ਸੂਬੇ ਤੋਂ ਲਗਭਗ 20 ਲੱਖ ਲੋਕ ਉੱਤਰ ਪ੍ਰਦੇਸ਼ ਸਥਿਤ ਬਨਾਰਸ ਵਿੱਚ 10 ਤੋਂ 16 ਫਰਵਰੀ ਤੱਕ ਹਰ ਸਾਲ ਜਾਂਦੇ ਨੇ। ਅਜਿਹੀ ਸਥਿਤੀ ਵਿੱਚ ਅਨੁਸੂਚਿਤ ਜਾਤੀ ਦੇ ਲੋਕ ਸੂਬਾ ਵਿਧਾਨ ਸਭਾ ਚੋਣਾਂ ਵਿੱਚ ਆਪਣੀਆਂ ਵੋਟਾਂ ਪਾਉਣ ਤੋਂ ਵਾਂਝੇ ਰਹਿ ਜਾਣਗੇ, ਜੋ ਕਿ ਉਹਨਾਂ ਦਾ ਸੰਵਿਧਾਨਕ ਅਧਿਕਾਰ ਹੈ। ਉਹਨਾਂ ਨੇ ਕਿਹਾ ਕਿ ਵਫਦ ਨੇ ਉਹਨਾਂ ਨੂੰ ਕਿਹਾ ਹੈ ਕਿ ਸ਼ਰਧਾਲੂਆਂ ਦੇ ਭਾਰੀ ਗਿਣਤੀ ਵਿੱਚ ਬਨਾਰਸ ਜਾਣ ਦੀ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਵੋਟਾਂ ਦੀ ਤਾਰੀਖ ਨੂੰ 6 ਦਿਨਾਂ ਲਈ ਮੁਲਤਵੀ ਕੀਤਾ ਜਾਵੇ। ਅੰਦੋਲਨ ਮੁਲਤਵੀ ਕਰਨ ਦੇ 38 ਦਿਨਾਂ ਬਾਅਦ ਸੰਯੁਕਤ ਕਿਸਾਨ ਮੋਰਚੇ ਨੇ ਕੇਂਦਰ ਸਰਕਾਰ ਤੇ ਵਾਅਦਾ ਖਿਲਾਫੀ ਦਾ ਦੋਸ਼ ਲਾਉਂਦੇ ਹੋਏ ਨਵੇਂ ਤਰੀਕੇ ਨਾਲ ਅੰਦੋਲਨ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਸ਼ਨੀਚਰਵਾਰ ਨੂੰ ਕੁੰਡਲੀ ਬਾਰਡਰ ਤੇ ਹੋਈ ਸੰਯੁਕਤ ਕਿਸਾਨ ਮੋਰਚੇ ਦੀ ਬੈਠਕ ਵਿੱਚ ਤੈਅ ਕੀਤਾ ਗਿਆ ਹੈ ਕਿ 31 ਜਨਵਰੀ ਨੂੰ ਵਾਅਦਾ ਖਿਲਾਫੀ ਦਿਵਸ ਮਨਾਉਂਦੇ ਹੋਏ ਸਾਰੇ ਜ਼ਿਲ੍ਹਾ ਤੇ ਤਹਿਸੀਲ ਹੈੱਡਕੁਆਟਰਾਂ ਤੇ ਧਰਨੇ ਦੇਣ ਦਾ ਫੈਸਲਾ ਕੀਤਾ ਹੈ। ਇਸ ਦੇ ਬਾਅਦ ਵੀ ਸਰਕਾਰ ਨੇ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਤਾਂ 1 ਫਰਵਰੀ ਤੋਂ ਅੰਦੋਲਨ ਤੇਜ਼ ਕਰਦੇ ਹੋਏ ਮਿਸ਼ਨ ਯੂਪੀ ਦੀ ਸ਼ੁਰੂਆਤ ਕੀਤੀ ਜਾਵੇਗੀ। ਇਹ ਵੀ ਫੈਸਲਾ ਕੀਤਾ ਗਿਆ ਹੈ ਕਿ ਚੋਣ ਲੜਨ ਵਾਲੀਆਂ ਜਥੇਬੰਦੀਆਂ ਤੋਂ ਸੰਯੁਕਤ ਕਿਸਾਨ ਮੋਰਚਾ ਕੋਈ ਸ਼ਿਕਾਇਤ ਨਹੀਂ ਰੱਖੇਗਾ। ਕੁੰਡਲੀ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਦਫ਼ਤਰ 'ਚ ਮੋਰਚਾ ਦੇ ਡਾਕਟਰ ਮੁਖੀ ਡਾਕਟਰ ਦਰਸ਼ਨਪਾਲ ਦੀ ਅਗਵਾਈ 'ਚ ਹੋਈ ਬੈਠਕ 'ਚ ਰਕੇਸ਼ ਟਿਕੈਤ, ਜਗਜੀਤ ਡੱਲੇਵਾਲ, ਜੋਗਿੰਦਰ ਯਾਦਵ, ਸ਼ਿਵ ਕੁਮਾਰ ਕੁੱਕਾ, ਗੁਰਨਾਮ ਚੜੂਨੀ, ਮੇਦਾ ਪਾਟਕਰ, ਬਲਦੇਵ ਸਿੰਘ ਸਿਰਸਾ ਆਦਿ ਮੌਜੂਦ ਰਹੇ। ਬੈਠਕ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੋਰਚੇ ਦੇ ਆਗੂਆਂ ਨੇ ਕਿਹਾ ਕਿ ਘੱਟੋ-ਘੱਟ ਸਮਰਥਨ ਮੁੱਲ ਤੇ ਕਾਨੂੰਨ ਬਣਾਉਣ ਲਈ ਸਰਕਾਰ ਵੱਲੋਂ ਤਜਵੀਜ਼ਸ਼ੁਦਾ ਕਮੇਟੀ ਨੂੰ ਲੈ ਕੇ ਹੁਣ ਤੱਕ ਕੋਈ ਠੋਸ ਕਾਰਵਾਈ ਨਹੀਂ ਹੋਈ। ਕਿਸਾਨਾਂ ਤੇ ਦਰਜ ਮੁਕੱਦਮੇ ਵਾਪਸ ਲੈਣ ਤੇ ਵੀ ਹਰਿਆਣਾ ਨੂੰ ਛੱਡ ਕੇ ਕਿਸੇ ਵੀ ਸੂਬੇ 'ਚ ਕਾਰਵਾਈ ਨਹੀਂ ਵਧੀ। ਕੇਂਦਰ ਸਰਕਾਰ ਨੇ ਹੁਣ ਤੱਕ ਸੂਬਿਆਂ ਨੂੰ ਪੱਤਰ ਵੀ ਨਹੀਂ ਭੇਜਿਆ। ਇਸੇ ਤਰ੍ਹਾਂ ਬਿਜਲੀ, ਪਰਾਲੀ ਤੇ ਹੋਰ ਕਈ ਮੁੱਦੇ ਅੱਗੇ ਨਹੀਂ ਵਧੇ। ਮੋਰਚਾ ਮੁੜ ਅੰਦੋਲਨ ਸ਼ੁਰੂ ਕਰੇਗਾ ਤੇ ਇਸ ਦੀ ਸ਼ੁਰੂਆਤ 31 ਜਨਵਰੀ ਨੂੰ ਵਾਅਦਾ ਖਿਲਾਫੀ ਦਿਵਸ ਮਨਾ ਕੇ ਹੋਏਗੀ। ਗੁਰਨਾਮ ਸਿੰਘ ਚੜੂੰਗ ਨੇ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਚੋਣਾਂ ਵਿੱਚ ਆਪਣੀ ਉਮੀਦਵਾਰ ਉਤਾਰਨ ਦਾ ਐਲਾਨ ਕੀਤਾ ਸੀ, ਉਹ ਮੋਰਚੇ ਦੀ ਬੈਠਕ ਵਿੱਚ ਮੌਜੂਦ ਸਨ ਤੇ ਜਦੋਂ ਕੋਰ ਕਮੇਟੀ ਨੇ ਚੋਣ ਲੜਨ ਵਾਲਿਆਂ ਤੋਂ ਨਾਤਾ ਤੋੜਨ ਦੀ ਗੱਲ ਕਹੀ ਤਾਂ ਉਹ ਚੁੱਪਚਾਪ ਚਲੇ ਗਏ। ਇਸ ਤਰ੍ਹਾਂ ਹੁਣ ਤੱਕ ਦੀਆਂ ਖਬਰਾਂ ਮੈਨੂੰ ਵਰੁਣ ਕੌਰ ਮਾਨੂ ਦਿਓ ਆ ਗਿਆ। ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੇਲ USA TV ਜ਼ਰੂਰ ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ।